प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो दा पंजाब टॉक्स। आखिर पंजाब सरकार ने क्यों लिया सीगा पंचायतां भंग करन दा फैसला, इस दे उत्ते खास गल करांगे। और इस तो बाद दूसरी खबर आ कि पंजाब विच आप दे वधदे ग्राफ तो चिंतित हुई है भाजपा, क्योंकि हुण भविख तलाश रही है पंजाब विच की बनेगा। इस दे उत्ते गलबात होएगी। पहली खबर वाल आउने आ तो पंचायतां भंग कर दित्तियां गईयां सी भगवंत मान सरकार वल्लों कुछ चिर पहलां, जिस दे लई हाई कोर्ट तो फिटकार पई ते फिटकार करन पैण तो बाद जो आ कल हुण सरकार ने फैसला कीता आ कि पंचायतां जिहड़ा आ जो भी असीं भंग करन दा जिहड़ा फैसला सी उसनूं वापस लिया जावेगा। पर हैरानी इस गल दी है कि रौला इस गल दा पिया सीगा कि पंचायतां नूं वक्त तो पहलां आखिर भंग क्यों कीता गया आ। अजे वक्त पिया सीगा ਤਾਂ क्यों पंजाब ਦੇ सिर बेलोड़ा ਜਿਹੜਾ ਸੀਗਾ ਫਿਰ ਪੰਚਾਇਤੀ ਚੋਣਾਂ ਦਾ ਬੋਝ ਪਾਇਆ ਜਾਊਗਾ। ਇਸ ਗੱਲ ਨੂੰ ਲੈ ਕੇ ਕਈ ਪੰਚਾਇਤਾਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸੀਗੀਆਂ ਹੁਣ ਦੀ ਹਕੂਮਤ ਦੇ ਖਿਲਾਫ, ਭਗਵੰਤ ਮਾਨ ਹਕੂਮਤ ਦੇ ਖਿਲਾਫ, ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀ ਹਾਈ ਕੋਰਟ ਪੁੱਜਿਆ ਸੀ ਔਰ ਹਾਈ ਕੋਰਟ ਵੱਲੋਂ ਸਰਕਾਰ ਨੂੰ ਫਿਟਕਾਰ ਲਗਾਈ ਗਈ ਸੀ ਕਿ ਤੁਸੀਂ ਪੰਚਾਇਤਾਂ ਭੰਗ ਕੀਤੀਆਂ ਤੇ ਕਿਉਂ ਕੀਤੀਆਂ ਆ, ਇਹਦਾ ਰੀਜ਼ਨ ਦੱਸੋ। ਸੋ ਹੁਣ ਇਹਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਦੋ ਅਧਿਕਾਰੀ ਵੀ ਮੁਅੱਤਲ ਕਰਤੇ ਆ। ਯਾਨੀ ਕਈ ਵਾਰੀ ਇਹ ਹੁੰਦਾ ਨਾ ਵੀ ਕਰਵਾ ਲੈਣਾ, ਕਹਿ ਦੇਣਾ ਤੇ ਮੁੜ ਕੇ ਨਜ਼ਲਾ ਕਿਸੇ ਤੇ ਝਾੜ ਦੇਣਾ, ਉਹੀ ਗੱਲ ਇੱਥੇ ਬਣਦੀ ਵੀ ਨਜ਼ਰ ਆ ਰਹੀ ਆ। ਤਾਂ ਦਰਅਸਲ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਜਿਹੜਾ ਇਹ ਫੈਸਲਾ ਆ ਇਹ ਹੁਣ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਅਸੀਂ ਵਾਪਸ ਲਵਾਂਗੇ। ਇਸ ਬਾਰੇ ਜਲਦੀ ਹੁਣ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰੂਗੀ। ਤਾਂ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਜਾਣਕਾਰੀ ਦਿੱਤੀ ਹੈ। ਕੱਲ੍ਹ ਇਹ ਸਰਕਾਰ ਨੇ ਯਾਨੀ ਕਿ ਹਾਈ ਕੋਰਟ ਦੇ ਵਿੱਚ ਦੱਸਿਆ, ਕਿਉਂਕਿ ਹਾਈ ਕੋਰਟ ਨੇ ਪੁੱਛਿਆ ਸੀ ਕਿ ਭੰਗ ਕਿਉਂ ਕੀਤੀਆਂ ਆ, ਇਹਦਾ ਰੀਜ਼ਨ ਦੱਸੋ। ਤਾਂ ਉਸ ਦੇ ਲਈ ਜਾਣਕਾਰੀ ਦਿੱਤੀ ਹੈ ਤੇ ਦੱਸ ਦਈਏ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਪੇਂਡੂ ਪੰਚਾਇਤਾਂ ਆ ਸਮੇਂ ਤੋਂ ਪਹਿਲਾਂ ਭੰਗ ਕਰਨ ਦੇ ਉੱਤੇ ਵਿਵਾਦ ਚੱਲ ਰਿਹਾ ਸੀਗਾ ਤੇ ਇਸ ਲਈ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਨ ਦਾ ਜਿਹੜਾ ਹਾਈ ਕੋਰਟ ਨੇ ਫਟਕਾਰ ਲਵਾਈ ਸੀ, ਜਿਹੜਾ ਹੁਕਮ ਜਾਰੀ ਕੀਤਾ ਸੀ, ਉਸ ਦੇ ਲਈ ਜਵਾਬਦੇਹੀ ਬਣਦੀ ਸੀ ਕਿ ਸਮੇਂ ਤੋਂ ਪਹਿਲਾਂ ਭੰਗ ਕਰਨ ਦੇ ਪਿੱਛੇ ਅਜਿਹਾ ਕੀ ਕਾਰਨ ਬਣ ਗਿਆ ਕਿ ਸਰਕਾਰ ਨੇ ਆਉਂਦਿਆਂ ਸਰ ਪੰਚਾਇਤਾਂ ਜਿਹੜੀਆਂ ਆ ਉਹ ਭੰਗ ਕਰ ਦਿੱਤੀਆਂ ਨੇ। ਤੇ ਇਸ ਲਈ ਫਟਕਾਰ ਲਾਉਣ ਦੇ ਵਿੱਚ ਇਹ ਪੁੱਛਿਆ ਸੀ ਵੀ ਤੁਹਾਡੇ ਕੋਲ ਰਾਈਟਸ ਕੀ ਆ, ਅਧਿਕਾਰ ਕੀ ਆ। ਇਸ ਦੇ ਵਿੱਚ ਇਹ ਗੱਲ ਸੀਗੀ ਕਿਉਂਕਿ ਪਟੀਸ਼ਨ ਦੇ ਵਿੱਚ ਜੋ ਵਿਵਾਦ ਸ਼ੁਰੂ ਹੋਇਆ ਉਹ ਹਰੇਕ ਜ਼ਿਲ੍ਹੇ ਦੀਆਂ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਔਰ ਇਸ ਮਾਮਲੇ ਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਵਿਰੋਧੀ ਧਿਰਾਂ ਵੀ ਘੇਰਦੀਆਂ ਨਜ਼ਰ ਆਈਆਂ ਨੇ। ਪੰਜਾਬ ਸਰਕਾਰ ਨੇ ਇਹ ਫੈਸਲਾ 10 ਅਗਸਤ 2023 ਨੂੰ ਸਾਰੀਆਂ ਪੰਚਾਇਤਾਂ ਭੰਗ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤਾ ਸੀ ਤੇ ਇਸ ਫੈਸਲੇ ਨੂੰ ਲੋਕ ਹਿੱਤ ਦੇ ਵਿੱਚ ਦੱਸਿਆ ਗਿਆ ਸੀ। ਪਰ ਪਟਿਆਲਾ ਸਮੇਤ ਹੋਰ ਜ਼ਿਲ੍ਹਾ ਗ੍ਰਾਮ ਪੰਚਾਇਤਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਗੈਰ ਕਾਨੂੰਨੀ ਅਤੇ ਗਲਤ ਦੱਸਿਆ ਗਿਆ ਸੀਗਾ। ਮਾਮਲਾ ਇੱਥੋਂ ਹੀ ਉਲਝਿਆ ਸੀਗਾ। ਇੱਥੋਂ ਹੀ ਇਹ ਮਾਮਲਾ ਜਿਹੜਾ ਆ ਅਦਾਲਤਾਂ ਦੇ ਜ਼ਰੀਏ ਹਾਈ ਕੋਰਟ ਤੱਕ ਪੁੱਜਿਆ ਔਰ ਜਦੋਂ ਹਾਈ ਕੋਰਟ ਤੱਕ ਪੁੱਜੇ ਤੇ ਜ਼ਾਹਿਰ ਹੈ ਸਰਕਾਰ ਜਦੋਂ ਕਦੇ ਕੁਛ ਇੱਦਾਂ ਦਾ ਕਰ ਬੈਠੀ ਹੈ ਜਾਂ ਫਿਰ ਕਦੀ ਕੁਝ ਸਰਕਾਰਾਂ ਆਪ ਹੁਦਰੀਆਂ ਵੀ ਕਰਦੀਆਂ ਹੈ ਨਾ, ਤਾਂ ਫਿਰ ਉਹਨਾਂ ਦੇ ਉੱਤੇ ਕੋਈ ਅੰਕੁਸ਼ ਤਾਂ ਹੁੰਦਾ ਹੈ ਨਾ। ਖਾਸ ਤੌਰ 'ਤੇ ਲੋਕ ਜਿਹੜੇ ਇਸ ਸਰਕਾਰ ਦੀ ਆਵਾਜ਼ ਬਣ ਕੇ ਉੱਥੇ ਸਰਕਾਰ ਬਣਾਈ ਬੈਠੇ ਆ, ਜੇ ਉਹ ਹਕੂਮਤ ਧੱਕਾ ਕਰੇ ਜਾਂ ਲੋਕਾਂ ਨੂੰ ਲੱਗੇ ਵੀ ਧੱਕਾ ਹੋ ਰਿਹਾ ਤੇ ਫਿਰ ਉਹ ਹਕੂਮਤ ਨਾ ਸੁਣੇ ਤੇ ਫਿਰ ਇਹ ਅਦਾਲਤਾਂ ਇਸੇ ਕੰਮ ਨੂੰ ਹੁੰਦੀਆਂ ਆ ਕਿ ਉੱਥੇ ਗੱਲ ਜਿਹੜੀ ਆ ਉਹ ਰੱਖੀ ਜਾਵੇ, ਪਟੀਸ਼ਨਾਂ ਪਾਈਆਂ ਜਾਣ ਔਰ ਇਸ ਦੇਸ਼ ਦੀ ਜੋ ਵੀ ਸੰਵਿਧਾਨ ਬਣਿਆ ਆ, ਜੋ ਵੀ ਕਾਨੂੰਨ ਬਣੇ ਹੋਏ ਆ ਉਹਦੇ ਮੁਤਾਬਕ ਹਕੂਮਤਾਂ ਨੂੰ ਵੀ ਜਿਹੜਾ ਆ ਜਵਾਬਦੇਹ ਬਣਾਇਆ ਜਾਵੇ ਵੀ ਆਖਿਰ ਕਿਉਂ ਕੀਤਾ ਗਿਆ। ਤਾਂ ਇਸ ਸੰਬੰਧੀ ਮੈਂ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਦਾ ਬਿਆਨ ਸਾਹਮਣੇ ਆਇਆ। ਇਸ ਤੋਂ ਬਾਅਦ ਦੱਸਿਆ ਇਹ ਹੈ ਕਿ ਲੋਕਤੰਤਰ ਦੀ ਨੀਂਹ ਅਖਵਾਉਂਦੀਆਂ ਪੰਚਾਇਤਾਂ ਨੂੰ ਭੰਗ ਕਰਨ ਸੰਬੰਧੀ ਫੈਸਲਾ ਤਕਨੀਕੀ ਖਾਮੀਆਂ ਕਰਕੇ ਵਾਪਸ ਲਿਆ ਗਿਆ ਆ। ਤਾਂ ਉਹਨਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦਾ ਮਾਮਲਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤਕਨੀਕੀ ਖਾਮੀਆਂ ਕਾਰਨ ਤੁਰੰਤ ਪੰਚਾਇਤਾਂ ਨੂੰ ਭੰਗ ਕਰਨ ਦੇ ਆਦੇਸ਼ਾਂ ਲਈ ਪੰਚਾਇਤ ਵਿਭਾਗ ਦੇ ਅਫਸਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਫੈਸਲਾ ਵਾਪਸ ਲੈ ਲਿਆ ਗਿਆ ਆ ਤਾਂ ਜੋ ਤਕਨੀਕੀ ਕਮੀਆਂ ਨੂੰ ਪੂਰਾ ਕਰਕੇ ਚੋਣਾਂ ਜਿਹੜੀਆਂ ਨੇ ਉਹ ਬਿਨਾਂ ਕਿਸੇ ਪੱਖਪਾਤ ਦੇ ਹੋ ਸਕਣ। ਹੁਣ
ਇਹ ਵੀ ਆ ਕਿ ਉੱਤੋਂ ਤਾਂ ਹੁਣ ਲੋਕ ਸਭਾ 2024 ਦੀਆਂ ਚੋਣਾਂ ਆ ਰਹੀਆਂ ਨੇ, ਵਿੱਚ ਹੀ ਪੰਚਾਇਤੀ ਚੋਣਾਂ ਦਾ ਰੌਲਾ ਗੋਲਾ ਚੱਲ ਪਿਆ। ਯਾਨੀ ਕਿ ਕਾਫੀ ਸਾਰੀਆਂ ਹੀ ਪੰਚਾਇਤਾਂ ਨੂੰ, ਲੀਡਰਾਂ ਨੂੰ, ਸਾਰਿਆਂ ਨੂੰ ਕਸ਼ਮਕਸ਼, ਔਰ ਹਰੇਕ ਨੂੰ ਇਹ ਸੀ ਵੀ ਕਿਹੜੀ ਪਾਰਟੀ ਦੇ ਨਾਲ ਕਿਹੜੀ ਪੰਚਾਇਤ ਆ, ਕਿਹੜਾ ਪਿੰਡ ਆ, ਤੇ ਬਾਕੀ ਜਿਹੜੀਆਂ ਲੋਕ ਸਭਾ ਚੋਣਾਂ ਆ ਉਹਦੇ ਲਈ ਵੀ ਤਿਆਰੀਆਂ ਦੂਰੀਆਂ ਹੋ ਜਾਣੀਆਂ ਸੀ। ਇਸ ਕਰਕੇ ਵੀ ਸ਼ਾਇਦ ਇਸ ਦੇ ਉੱਤੇ ਵਿਰਾਮ ਜਿਹੜਾ ਆ ਉਹ ਲਗਾ ਦਿੱਤਾ ਗਿਆ, ਤੇ ਹੁਣ ਸਰਕਾਰ ਜਿਹੜੀ ਆ ਉਹਨੇ ਤਕਨੀਕੀ ਖਾਮੀਆਂ ਇੱਕ ਵਜ੍ਹਾ ਦੱਸੀ ਆ, ਪਰ ਨਾਲ ਹੀ ਇਹ ਵੀ ਗੱਲ ਕਹਿ ਦਿੱਤੀ ਆ ਕਿ ਇਹ ਤਕਨੀਕੀ ਕਮੀਆਂ ਜਿਹੜੀਆਂ ਨੇ, ਖਾਮੀਆਂ ਜਿਹੜੀਆਂ ਨੇ, ਇਹਨਾਂ ਨੂੰ ਪੂਰੀਆਂ ਕਰਕੇ ਚੋਣਾਂ ਬਿਨਾਂ ਕਿਸੇ ਪੱਖਪਾਤ ਤੋਂ ਹੋ ਸਕਣ, ਇਸ ਕਰਕੇ ਇਹ ਫੈਸਲਾ ਲਿਆ ਗਿਆ ਆ। ਇਸ ਦੇ ਉੱਤੇ ਇਹ ਗੱਲ ਕੀਤੀ ਹੈ। ਤਾਂ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਸਮੇਂ ਸਿਰ ਕਰਵਾਉਣ ਲਈ ਉਪਰਾਲੇ ਸ਼ੁਰੂ ਕੀਤੇ ਹੋਏ ਨੇ। ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ, ਵਾਰਡ ਬੰਦੀ ਅਤੇ ਔਰਤਾਂ ਲਈ 50% ਰਾਖਵਾਂਕਰਨ ਆਦਿ ਦੀ ਪ੍ਰਕਿਰਿਆ ਕਾਫੀ ਲੰਮੀ ਸੀ। ਸੂਬੇ ਵਿੱਚ ਆਏ ਹੜ੍ਹਾਂ ਕਾਰਨ ਅਫਸਰਾਂ ਅਤੇ ਮੁਲਾਜ਼ਮਾਂ ਦੇ ਲੋਕਾਂ ਦੀ ਸਹਾਇਤਾ ਲਈ ਰੁੱਝੇ ਹੋਣ ਕਰਕੇ ਇਹ ਕਾਰਜ ਅੱਧ ਵਾਟੇ ਹੀ ਰੁਕ ਗਿਆ। ਜ਼ਾਹਿਰ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਸਥਿਤੀ ਕਾਫੀ ਗੰਭੀਰ ਬਣੀ ਸੀ, ਔਰ ਹਰ ਜਗ੍ਹਾ ਜਿਹੜਾ ਸੀਗਾ ਉਹ ਇੱਕ ਤਰਾਸਦੀ 'ਚੋਂ ਜਿਹੜੇ ਲੰਘ ਰਹੇ ਲੋਕ ਸੀ ਉਹਨਾਂ ਦੀ ਮਦਦ ਵਾਸਤੇ ਜਿੰਨੇ ਵੀ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਸਾਰਿਆਂ ਨੂੰ ਉੱਥੇ ਜਾਣਾ ਪਿਆ, ਰਾਹਤ ਕਾਰਜਾਂ ਦੇ ਵਿੱਚ ਹੱਥ ਵਟਾਉਣਾ ਪਿਆ, ਰਾਹਤ ਕਾਰਜ ਕਰਨੇ ਪਏ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਪਈਆਂ। ਇਸ ਕਰਕੇ ਵੀ ਜਿਹੜਾ ਕੰਮ ਪੰਚਾਇਤੀ ਚੋਣਾਂ ਦੇ ਲਈ ਆਰੰਭਿਆ ਗਿਆ ਸੀਗਾ ਉਹ ਉਹਨੂੰ ਵਿੱਚ ਅੱਧ ਵਾਟੇ ਛੱਡਣਾ ਪਿਆ। ਇਸ ਕਰਕੇ ਹੁਣ ਉਹ ਮਰਹਲਾ, ਉਹ ਪੜਾਅ ਜਿਹੜਾ ਆ ਉਹ ਸਰਕਾਰ ਵੱਲੋਂ ਦੁਬਾਰਾ ਸ਼ੁਰੂ ਕੀਤਾ ਜਾਊਗਾ। ਤਾਂ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਸਮੇਂ ਸਿਰ ਕਰਵਾਉਣ ਲਈ ਵਚਨਬੱਧ ਹੈ। ਉਹਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਚਾਇਤੀ ਚੋਣਾਂ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਸੰਬੰਧੀ ਵੀ ਐਲਾਨ ਕੀਤਾ ਆ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨਗੇ ਉਹਨਾਂ ਨੂੰ 5 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇੱਥੇ ਹੁਣ ਗੱਲ ਇਹ ਆਉਂਦੀ ਆ ਕਿ ਇਹ ਅੱਜ ਕੋਈ ਭਗਵੰਤ ਮਾਨ ਸਰਕਾਰ ਕੋਈ ਨਵੀਂ ਗੱਲ ਨਹੀਂ ਕਰ ਰਹੀ। ਹਾਲਾਂਕਿ ਪਹਿਲਾਂ ਵੀ ਇਦਾਂ ਹੁੰਦਾ ਆ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਪਿੰਡ ਸੀਗੇ, ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਵੋਟਾਂ ਜਿਹੜੀਆਂ ਸੀਗੀਆਂ ਉਹ ਨਹੀਂ ਸੀ ਹੁੰਦੀਆਂ ਗੀਆਂ। ਔਰ ਹੁੰਦਾ ਕੀ ਸੀਗਾ ਕਿ ਜਦੋਂ ਪੰਚਾਇਤੀ ਵੋਟਾਂ ਹੁੰਦੀਆਂ ਸੀ ਤੇ ਜਦੋਂ ਕੋਈ ਉਮੀਦਵਾਰ ਖੜੇ ਹੋ ਜਾਂਦੇ ਸੀਗੇ, 2 ਧਿਰਾਂ ਖੜੋ ਜਾਂਦੀਆਂ ਸੀਗੀਆਂ, ਤੇ ਪਿੰਡ ਵਾਲੇ ਕੀ ਕਰਦੇ ਸੀਗੇ, ਜਾਂ ਤਾਂ ਜਿਹੜੇ ਸਿਆਣੇ ਸੂਝਵਾਨ ਪਿੰਡ ਸੀ ਉਹ ਤਾਂ ਸਰਬਸੰਮਤੀ ਕਰ ਲੈਂਦੇ ਸੀ ਕਿ ਬੇਲੋੜਾ ਜਿਹੜਾ ਬੋਝ ਉਹ ਨਾ ਪਵੇ। ਦੂਜੀ ਗੱਲ ਇਹ ਸੀਗੀ, ਗੱਲ ਤਾਂ ਇਹ ਹੁੰਦੀ ਆ ਕਿ ਚਾਹੇ ਲੋਕਤੰਤਰ ਦੀ ਸਭ ਤੋਂ ਛੋਟੀ ਜਾਂ ਮੁੱਢਲੀ ਇਕਾਈ ਜਿਹੜੀ ਆ ਸਾਡੀਆਂ ਪੰਚਾਇਤਾਂ ਆ, ਪਿੰਡੂ ਪੰਚਾਇਤਾਂ, ਜਿਨ੍ਹਾਂ ਦੇ ਸਿਰ ਦੇ ਉੱਤੇ ਸਾਰਾ ਦੇਸ਼ ਟਿਕਿਆ ਹੋਇਆ ਆ, ਤਾਂ ਉਹਨਾਂ ਪੰਚਾਇਤਾਂ ਦੇ ਵਿੱਚ ਜਦੋਂ ਸਰਬਸੰਮਤੀ ਹੋ ਜਾਂਦੀ ਹੈ ਨਾ, ਬਹੁਤੇ ਤਰ੍ਹਾਂ ਇਹ ਹੁੰਦੀਆਂ ਸੀ ਵੀ ਜੇ ਇੱਕ ਬੰਦਾ ਅੱਗੇ ਕਰਤਾ ਵੀ ਆਹ ਸਰਪੰਚੀ ਦੀ ਚੋਣ ਲੜੂਗਾ, ਤੇ ਪਿੰਡ ਵਾਲੇ ਕਹਿੰਦੇ ਸੀਗੇ ਜੀ ਨਹੀਂ, ਇਹਦੇ ਖਿਲਾਫ ਕੋਈ ਖੜਾ ਨਹੀਂ ਹੋ ਰਿਹਾ, ਇਸ ਕਰਕੇ ਇਹੀ ਸਰਬਸੰਮਤੀ ਨਾਲ ਸਾਨੂੰ ਤਾਂ ਪਸੰਦ ਆ, ਅਸੀਂ ਇਸੇ ਨੂੰ ਸਰਪੰਚ ਬਣਾਵਾਂਗੇ, ਕਿਉਂਕਿ ਪਿੰਡਾਂ ਵਾਲਿਆਂ ਦੀਆਂ ਉਹਨਾਂ 'ਤੇ ਉਮੀਦਾਂ ਸੀਗੀਆਂ। ਤੋ ਇਸ ਕਰਕੇ ਕੀ ਹੁੰਦਾ ਸੀਗਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਸ ਸਮੇਂ ਵੀ ਹੁਣ ਤੱਕ ਜਦੋਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਆਈਆਂ ਨੇ ਤਾਂ ਉਹਨਾਂ ਸਰਕਾਰਾਂ ਦੇ ਸਮੇਂ ਵੀ ਜਿਹੜੀ ਵੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਸੀ, ਜਿਹੜਾ ਵੀ ਪੰਚਾਇਤ ਦਾ ਚਾਹੇ ਸਰਪੰਚ ਸੀਗੇ ਚਾਹੇ ਉਹ ਪੰਚਾਇਤ ਮੈਂਬਰ ਸੀ, ਜਦੋਂ ਸਰਬਸੰਮਤੀ ਨਾਲ ਚੁਣੇ ਜਾਂਦੇ ਸੀਗੇ ਤੇ ਅਜਿਹੇ ਪਿੰਡ ਦੇ ਵਿੱਚ ਫਿਰ ਇਹ ਜਿਹੜਾ ਚੋਣਾਂ ਵਾਲਾ ਬਹੁਤਾ ਮਾਮਲਾ ਸੀ ਇਹ ਉੱਥੇ ਨਹੀਂ ਸੀ ਹੁੰਦਾਗਾ। ਸੋ ਫਲਸਰੂਪ ਇਹ ਹੀ ਹੁੰਦਾ ਸੀਗਾ ਕਿ ਬਿਨਾਂ ਚੋਣਾਂ ਕਰਵਾਏ ਸਰਬਸੰਮਤੀ ਨਾਲ ਜਿਹੜੀ ਆ ਪੰਚਾਇਤੀ ਚੋਣ ਹੋ ਜਾਂਦੀ ਸੀ ਤੇ ਉੱਥੇ ਫਿਰ ਸਰਕਾਰ ਜਿਹੜੀ ਆ ਬਹੁਤੀਆਂ ਪੰਚਾਇਤਾਂ ਨੂੰ ਗਰਾਂਟਾਂ ਵੀ ਦੇ ਜਾਂਦੀਆਂ ਸੀਗੀਆਂ ਤੇ ਉਹਨਾਂ ਵਾਸਤੇ ਇਨਾਮ ਵੀ ਸੀਗਾ। ਪਰ ਖੈਰ ਹੁਣ ਇੱਥੇ ਤਾਂ ਭਗਵੰਤ ਮਾਨ ਸਰਕਾਰ ਨੇ ਜਿਹੜਾ 5 ਲੱਖ ਰੁਪਏ ਦਾ ਇਨਾਮ ਦਾ ਐਲਾਨ ਕਰ ਦਿੱਤਾ ਆ। ਉਹ ਹੋ ਸਕਦਾ ਹੈ ਕਿ ਬਹੁਤੇ ਪਿੰਡ ਜਿਹੜੇ ਇਸ ਵਾਰੀ ਜਦੋਂ ਪੰਚਾਇਤਾਂ ਦੇ ਇਲੈਕਸ਼ਨ ਹੋਣ ਤੇ ਉਹਦੇ ਵਿੱਚ ਸਰਬਸੰਮਤੀ ਕਰ ਲੈਣ ਤਾਂ ਕਿ ਉਹਨਾਂ ਦੇ ਪਿੰਡ ਦਾ ਵਿਕਾਸ ਹੋ ਸਕੇ। ਔਰ ਜਿਹੜੇ ਪਿੰਡ ਹਜੇ ਵੀ ਅੜੀਆਂ ਕਰਦੇ ਪਏ ਆ, ਜਿਨ੍ਹਾਂ ਪਿੰਡਾਂ ਦੇ ਪੰਚਾਇਤਾਂ ਦੇ ਵਿੱਚ ਕਈ ਉਮੀਦਵਾਰ ਖੜੇ ਹੋ ਜਾਂਦੇ ਆ, ਉਹਨਾਂ ਦੀਆਂ ਅੜੀਆਂ ਹੋਣਗੀਆਂ, ਤਾਂ ਜ਼ਾਹਿਰ ਹੈ ਕਿ ਇਹ ਗੱਲ ਸੋਚਣੀ ਪਊਗੀ ਕਿ ਜੇ ਤੁਸੀਂ ਆਪਣੇ ਪਿੰਡ ਦਾ ਵਿਕਾਸ ਕਰਾਉਣਾ ਹੈ, ਜੇ ਸਰਕਾਰ ਨੇ ਇੱਕ ਨਵਾਂ ਉਪਰਾਲਾ ਕੀਤਾ ਵੀ ਆ ਕਿ 5 ਲੱਖ ਰੁਪਇਆ ਤੁਹਾਡੇ ਪਿੰਡ ਦੇ ਵਿਕਾਸ ਵਾਸਤੇ ਆਵੇ, ਤਾਂ ਮੇਰੇ ਕਹਿਣਾ ਤਾਂ ਇਹੀ ਹੋਊਗਾ ਕਿ ਉਹ ਜਿਹੜੀਆਂ ਪੰਚਾਇਤਾਂ ਨੇ, ਉਹ ਜਿਹੜੇ ਪਿੰਡ ਨੇ, ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਮੰਨਣ ਔਰ ਸਰਬਸੰਮਤੀ ਜਿਹੜੀ ਆ ਉਹ ਜ਼ਰੂਰ ਕਰਨ। ਤਾਂ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਿਸ ਤਰੀਕੇ ਪੰਚਾਇਤੀ ਚੋਣਾਂ ਸਮੇਂ ਸਿਰ ਕਰਵਾਉਣ ਲਈ ਵਚਨਬੱਧ ਹੈ, ਤਾਂ ਇਸ ਲਈ ਇਹ ਸਰਕਾਰ ਹਰ ਹੀਲੇ ਜਿਹੜੀ ਹੈ ਉਹ ਲੋਕਤੰਤਰ ਨੂੰ ਮਜ਼ਬੂਤ ਬਣਾਊਗੀ। ਜਿਹੜਾ ਪੰਚਾਇਤੀ ਚੋਣਾਂ ਦੇ ਬਾਰੇ ਹੈ, ਤਾਂ ਇਸ ਕਰਕੇ ਹੀ ਪੰਚਾਇਤਾਂ ਦੇ ਹੱਕ ਦੇ ਵਿੱਚ ਵੀ ਖੜੂਗੀ। ਤਾਂ ਹੁਣ
ਇੱਕ ਪਾਸੇ ਤਾਂ ਇਹ ਕੁਛ ਚੱਲ ਰਿਹਾ ਤਾਂ ਦੂਸਰੇ ਪਾਸੇ ਜਿਹੜੀ ਸਥਿਤੀ ਆ ਉਹ ਕੀ ਬਣੀ ਹੋਈ ਆ ਕਿ ਵਿਰੋਧੀ ਧਿਰਾਂ ਹੁਣ ਤੱਕ ਘੇਰਦੀਆਂ ਆਈਆਂ ਨੇ। ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਜਿਹੜੇ ਦਿੱਗਜ ਲੀਡਰ ਆ ਉਹਨਾਂ ਨੇ ਵਾਰ-ਵਾਰ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਆ ਔਰ ਇੱਥੋਂ ਤੱਕ ਕਿ ਸਟੇਟਮੈਂਟ ਉਹਨਾਂ ਦੀ ਸਾਹਮਣੇ ਆਈਆਂ ਸੀਗੀਆਂ ਕਿ ਦੂਰ ਅੰਦੇਸ਼ ਨਹੀਂ, ਭਗਵੰਤ ਮਾਨ ਨਹੀਂ ਪਤਾ ਲੱਗਦਾ ਔਰ ਬਿਨਾਂ ਕਿਸੇ ਜਾਂਚ ਦੇ ਬਿਨਾਂ ਕਿਸੇ ਗੱਲਬਾਤ ਦੇ ਪੰਚਾਇਤਾਂ ਜਿਹੜੀਆਂ ਆ ਉਹ ਭੰਗ ਕਰਨ ਦਾ ਐਲਾਨ ਕਰ ਦਿੱਤਾ ਤੇ ਭੰਗ ਕਰ ਦਿੱਤੀਆਂ ਗਈਆਂ। ਹੁਣ ਹੋਇਆ ਜੋ ਵੀ ਹੋਵੇ, ਜਦੋਂ ਮਾਮਲਾ ਵਿਰੋਧੀਆਂ ਦੇ ਕੋਲੇ ਆ ਗਿਆ, ਜਦੋਂ ਮਾਮਲਾ ਅਦਾਲਤਾਂ ਤੱਕ ਪਹੁੰਚ ਗਿਆ, ਉਸ ਤੋਂ ਬਾਅਦ ਹੁਣ ਸਰਕਾਰ ਇਸ ਗੱਲ 'ਚ ਵੀ ਆਪਦੀ ਗੈਲ ਬਚਾਊਗੀ ਕਿ ਉਹਨਾਂ ਦੀ ਕਿਰਕਰੀ ਨਾ ਹੋਵੇ ਵੀ ਜੇ ਗਲਤ ਡਿਸੀਜਨ ਲੈ ਵੀ ਲਿਆ ਗਿਆ ਤੇ ਉਹਦੇ 'ਚ ਕਿਰਕਰੀ ਨਾ ਹੋਵੇ ਸਰਕਾਰ ਦੀ ਵੀ ਇਹ ਸਰਕਾਰ ਬਿਨਾਂ ਕੁਝ ਦੇਖਿਆ, ਕਿਉਂਕਿ ਉਹ ਅੱਗੇ ਸਾਰੇ ਜਿਹੜੇ ਲੋਕ ਸੀਗੇ ਜਿੰਨੇ ਕਿ ਹੁਣ ਤੱਕ ਸਰਕਾਰਾਂ ਬਣੀਆਂ ਤੇ ਉਹਦੀ ਜਿੰਨੀ ਲੀਡਰਸ਼ਿਪ ਰਹੀ ਆ, ਚਾਹੇ ਉਹ MLA ਰਹੇ ਆ ਤੇ ਚਾਹੇ ਉਹ ਮੰਤਰੀ ਰਹੇ ਆ, ਉਹਨਾਂ ਸਾਰਿਆਂ ਨੂੰ ਹੁਣ ਤੱਕ ਤਾਂ ਇਹ ਹੋਇਆ ਵੀ ਇਹ ਅਣਸਿੱਖੀਏ ਸਾਰੇ ਜਿਹੜੇ ਇਸ ਵਾਰੀ ਆਪ ਸਰਕਾਰ ਵਿੱਚ ਆਏ ਆ ਇਹਨਾਂ ਨੂੰ ਕੁਝ ਪਤਾ ਨਹੀਂ ਗਾ। ਇਸ ਕਰਕੇ ਜੋ ਪੰਚਾਇਤਾਂ ਬਾਰੇ ਵੀ ਫੈਸਲਾ ਲਿਆ ਆ ਉਹ ਸਿਰਫ ਇਹਨਾਂ ਦੀ ਨਾ ਐਲੀ ਦੀ ਵਜ੍ਹਾ ਕਰਕੇ ਲਿਆ ਗਿਆ ਆ। ਸੋ ਦਿੱਕਤ ਇਸ ਕਰਕੇ ਆ ਕਿ ਇਹਨਾਂ ਨੇ ਜੋ ਫੈਸਲਾ ਕਰ ਦਿੱਤਾ ਉਹ ਬਿਨਾਂ ਮਤਲਬ ਪੁਣ ਛਾਣ ਕੀਤਿਆਂ, ਬਿਨਾਂ ਡੂੰਘਾਈ ਦੇ, ਜਿਵੇਂ ਆਪ ਸਿੱਧੀ ਜਿਹੀ ਗੱਲ ਸੁਣਾ ਦੇਣੀ, ਇਹਨਾਂ ਨੂੰ ਦੂਜੀਆਂ ਵਿਰੋਧੀ ਧਿਰਾਂ ਨੂੰ ਇੰਜ ਲੱਗਦਾ ਰਿਹਾ। ਪਰ ਅਦਾਲਤ ਨੇ ਇਸ ਪੱਖ ਨੂੰ ਜਿਹੜਾ ਆ ਬਿਲਕੁਲ ਕਲੀਅਰ ਕਰ ਦਿੱਤਾ ਕਿਉਂਕਿ ਸਰਕਾਰ ਨੂੰ ਪੁੱਛ ਲਿਆ ਸੀ, ਤਲਬ ਕਰ ਲਿਆ ਸੀ, ਸਰਕਾਰ ਜਵਾਬਦੇਹ ਹੋਈ ਆ। ਇਸ ਕਰਕੇ ਸਰਕਾਰ ਆਪਦਾ ਫੈਸਲਾ ਵਾਪਸ ਲਏਗੀ। ਬੇਸ਼ੱਕ ਪੰਚਾਇਤੀ ਚੋਣਾਂ ਹੋਣਗੀਆਂ ਪਰ ਇੱਥੇ ਸਰਕਾਰ ਨੇ ਇਸ ਫੈਸਲੇ ਤੋਂ ਬਾਅਦ ਇੱਕ ਵੱਡੀ ਕਾਰਵਾਈ ਕੀਤੀ ਹੈ। ਪੰਚਾਇਤਾਂ ਨੂੰ ਭੰਗ ਕਰਨ ਤੇ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਆ। ਪੰਚਾਇਤੀ ਵਿਭਾਗ ਨੂੰ ਭੰਗ ਕਰਨ ਦੇ ਮਾਮਲੇ ਦੇ ਵਿੱਚ 2 ਵੱਡੇ IAS ਅਫਸਰਾਂ ਦੇ ਉੱਤੇ ਇਸ ਦੀ ਗਾਜ਼ ਡਿੱਗੀ ਹੈ। ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਜਿਹੜੇ ਨੇ ਧਰਿੰਦਰ ਤਿਵਾੜੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਆ। ਜ਼ਿਕਰਯੋਗ ਇਹ ਆ ਕਿ ਕੱਲ੍ਹ ਪੰਜਾਬ ਸਰਕਾਰ ਨੇ ਸਾਰੀਆਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਆ। ਰਾਜ ਸਰਕਾਰ ਅਗਲੇ 1-2 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਵੀ ਵਾਪਸ ਲੈ ਲਵੇਗੀ। ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ ਦੀ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਨੇ ਹੁਕਮ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਕਿਸ ਅਧਿਕਾਰ ਤਹਿਤ ਕੀਤਾ ਗਿਆ। ਤਾਂ ਸੋ ਜਿਹੜਾ ਇਹ 10 ਅਗਸਤ ਨੂੰ ਭਗਵੰਤ ਮਾਨ ਸਰਕਾਰ ਨੇ ਫੈਸਲਾ ਕੀਤਾ ਸੀਗਾ ਸਾਰੀਆਂ ਪੰਚਾਇਤਾਂ ਭੰਗ ਕਰਨ ਦਾ, ਇਸ ਫੈਸਲੇ ਨੂੰ ਉਦੋਂ ਲੋਕ ਹਿੱਤ ਦੇ ਵਿੱਚ ਦੱਸਿਆ ਸੀਗਾ ਪਰ ਪਟਿਆਲਾ ਸਮੇਤ ਜਿਸ ਤਰੀਕੇ ਹੋਰਨਾਂ ਗ੍ਰਾਮ ਪੰਚਾਇਤਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਸੂਬਾ ਸਰਕਾਰ ਦੀ ਇਸ ਨੋਟੀਫਿਕੇਸ਼ਨ ਤੇ ਗੈਰ ਕਾਨੂੰਨੀ ਤੇ ਬੇਇਨਸਾਫੀ ਦੱਸਦਿਆਂ ਹੋਇਆਂ ਰਿਟ ਪਾਈ ਗਈ ਸੀਗੀ ਉਸ ਦੇ ਉੱਤੇ। ਸੋ ਹੁਣ ਇਹ ਆ ਕਿ ਭਗਵੰਤ ਮਾਨ ਸਰਕਾਰ ਇਸ ਬਾਰੇ ਕੀ ਹੁਣ ਫੈਸਲਾ ਕਰਦੀ ਆ ਤੇ ਪੰਚਾਇਤੀ ਚੋਣਾਂ ਜੇ ਹੁੰਦੀਆਂ ਨੇ ਤੇ ਕਦੋਂ ਹੁੰਦੀਆਂ ਨੇ ਤੇ ਆਖਿਰ ਕਦੋਂ ਇਸ ਦੀ ਤਰੀਕ ਮਿੱਥੀ ਜਾਵੇਗੀ, ਇਸ ਦੇ ਬਾਰੇ ਜਲਦੀ ਪਤਾ ਲੱਗ ਜਾਵੇਗਾ। ਫਿਲਹਾਲ ਇਹਨਾਂ ਦਿਨਾਂ 'ਚ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਸਰਕਾਰ ਵੀ ਬਿਜ਼ੀ ਹੈ, ਨਾਲ ਉਧਰ ਧਿਆਨ ਚੱਲ ਰਿਹਾ ਆ ਤੇ ਨਾਲ ਹੁਣ ਨਵੇਂ ਇਸ ਰਫੜ ਤੋਂ, ਕਿਉਂਕਿ ਇਹ ਵਿਵਾਦ ਨੂੰ ਵਿਰੋਧੀ ਧਿਰਾਂ ਨੇ ਹੋਰ ਤੁੱਲ ਦੇ ਦੇਣਾ ਸੀਗਾ। ਸੋ ਸਰਕਾਰ ਨੇ ਜੋ ਫੈਸਲਾ ਕੀਤਾ ਉਸ ਮੁਤਾਬਕ ਹੁਣ ਇੱਥੇ ਇੱਕ ਵਾਰੀ ਵਿਰਾਮ ਲੱਗ ਚੁੱਕਿਆ ਹੈ। ਹੁਣ ਆਉਣੇ ਜੀ ਅਗਲੀ ਖਬਰ ਬੰਨੀ। ਸੁਪਨੇ ਵੇਖਣੇ ਮਾੜੇ ਨਹੀਂ ਹੁੰਦੇਗੇ, ਸੁਪਨੇ ਵੇਖੇ ਜਾਂਦੇ ਆ ਰਾਜ ਕਰਨ ਦੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ। ਔਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਪਾਰਟੀਆਂ ਨੇ ਜਿਹੜੇ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਜਿੱਤ ਪ੍ਰਾਪਤ ਕਰਨੀਆਂ ਚਾਹੁੰਦੇ ਨੇ ਤਾਂ ਉਸ ਤੋਂ ਬਾਅਦ 2026 ਵਿੱਚ ਫਿਰ ਵਿਧਾਨ ਸਭਾ ਦੀਆਂ ਚੋਣਾਂ ਆ ਜਾਣੀਆਂ ਨੇ, ਉਹਦੇ ਵਿੱਚ ਵੀ ਜਿੱਤ ਪ੍ਰਾਪਤ ਕਰਨ ਦੇ ਸੁਪਨੇ ਦੇਖ ਰਹੇ ਨੇ। ਪਰ ਗੱਲ ਇਹ ਆ ਕਿ ਹੁਣ ਜਿਹੜੀ ਲੋਕ ਸਭਾ ਚੋਣਾਂ ਵਾਲੀ ਗੱਲ ਆ ਇਸ ਦੇ ਵਿੱਚ ਜੇ ਗੱਲ ਇਕੱਲੀ ਭਾਜਪਾ ਦੀ ਕਰੀਏ, ਵੈਸੇ ਤਾਂ ਸਾਰੀਆਂ ਪਾਰਟੀਆਂ ਤਿਆਰ ਨੇ ਪਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਆਪਣੇ ਤੌਰ ਦੇ ਉੱਤੇ ਪੱਬਾਂ ਭਾਰ ਹੋਈ ਪਈ ਆ। ਪਰ ਕਿਤੇ ਉਹਨੂੰ ਚਿੰਤਾ ਆਪ ਦੇ ਵੱਧਦੇ ਗ੍ਰਾਫ ਤੋਂ ਵੀ ਜਿਹੜੀ ਆ ਸਤਾ ਰਹੀ ਆ ਕਿ ਆਖਰ ਬਣੂਗਾ ਕੀ, ਕਿਉਂਕਿ ਅਕਾਲੀਆਂ ਦੇ ਨਾਲ ਜਿਹੜੀ ਉਹਨਾਂ ਦੀ ਭਾਈਵਾਲੀ ਸੀ ਉਹ ਗੱਠਜੋੜ ਟੁੱਟ ਚੁੱਕਿਆ ਆ ਤੇ ਸੁਖਬੀਰ ਹੋਣੀ ਵੀ ਮਨਾ ਕਰ ਗਏ ਆ, ਬਸਪਾ ਨਾਲ ਉਹਨਾਂ ਦਾ ਗੱਠਜੋੜ ਆ ਤੇ ਹੋਰ ਕੋਈ ਉਹਨਾਂ ਨਾਲ ਖੜਦਾ ਨਹੀਂਗਾ। ਔਰ ਕਿਸਾਨ ਅੰਦੋਲਨ ਕਰਕੇ ਭਾਜਪਾ ਨੂੰ ਵੈਸੇ ਹੀ ਢਾਲ ਲੱਗੀ ਹੋਈ ਆ। ਪੇਂਡੂ ਵੋਟਾਂ
ਕਦੇ ਵੀ ਭਾਜਪਾ ਨੂੰ ਨਾ ਪਈਆਂ, ਸਿੱਖ ਵੋਟਾਂ ਉਹ ਨਹੀਂ ਭਾਜਪਾ ਨੂੰ ਪੈਂਦੀਆਂ ਗਈਆਂ, ਕੁਛ ਚੰਦ ਸ਼ਹਿਰੀ ਸਿੱਖਾਂ ਨੂੰ ਛੱਡ ਕੇ ਪੇਂਡੂ ਵੋਟ ਤਾਂ ਬਹੁਤ ਘੱਟ ਭਾਜਪਾ ਦੇ ਹਿੱਸੇ ਦੇ ਵਿੱਚ, ਨਗੂਣੀ ਨਾ ਮਾਤਰ ਆਟੇ 'ਚ ਲੂਣ ਬਰਾਬਰੀ ਵੋਟ ਉਹਨਾਂ ਨੂੰ ਜਾਂਦੀ ਆ। ਸੋ ਇਸ ਕਰਕੇ ਭਾਜਪਾ ਦੇ ਲਈ ਹੁਣ ਇਹ ਚੋਣਾਂ ਵਕਾਰ ਦਾ ਮਸਲਾ ਬਣੀਆਂ ਪਈਆਂ ਨੇ ਕਿ 2000 ਜਿਹੜੀਆਂ ਇਹ 24 ਦੇ ਵਿੱਚ ਚੋਣਾਂ ਆ ਰਹੀਆਂ ਨੇ ਲੋਕ ਸਭਾ, ਇਹਦੇ ਵਿੱਚ ਭਾਜਪਾ ਜਿਸ ਤਰੀਕੇ ਦੇ ਸੁਪਨੇ ਸਿਰਜ ਰਹੀ ਆ, ਪਰ ਨਾਲ ਉਸ ਨੂੰ ਟੱਕਰ ਦੇਣ ਵਾਸਤੇ ਇੱਥੇ ਇਕੱਲੀ ਆਪ ਨਹੀਂ ਬਾਕੀ ਪਾਰਟੀਆਂ ਵੀ ਬੈਠੀਆਂ ਨੇ। ਅਕਾਲੀ ਬਸਪਾ ਆਪਣੇ ਤੌਰ ਤੇ ਤਿਆਰੀਆਂ ਕਰੀ ਬੈਠੇ ਨੇ, ਕਾਂਗਰਸ ਆਪਣੇ ਤੌਰ ਤੇ ਤਿਆਰੀਆਂ ਕਰੀ ਬੈਠੇ ਨੇ। ਹਾਲਾਂਕਿ ਭਗਵੰਤ ਮਾਨ ਸਰਕਾਰ ਆਪਣੀ ਆਪ ਦੇ ਹੁਣ ਉਮੀਦਵਾਰਾਂ ਦੀ ਲਿਸਟ ਵੀ ਜਲਦੀ ਜਿਹੜੀ ਆ ਉਹ ਜਾਰੀ ਕਰੇਗੀ। ਤਾਂ ਇਸ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਬਿਆਨ ਦੇ ਕੇ ਸਿਆਸੀ ਹਲਕਿਆਂ ਵਿੱਚ ਸਨਸਨੀ ਮਚਾ ਦਿੱਤੀ ਹੈ ਕਿ 2024 ਦੀਆਂ ਆਮ ਚੋਣਾਂ ਅਗਲੇ ਸਾਲ ਦੀ ਬਜਾਏ ਇਸ ਸਾਲ ਦੇ ਅੰਤ ਤੱਕ ਹੋ ਸਕਦੀਆਂ ਨੇ, ਕਿਉਂਕਿ ਮਮਤਾ ਬੈਨਰਜੀ ਦੀ ਗੱਲ ਕਰੀਏ ਨਾ, ਉਹ ਕਿਸੇ ਪਾਰਟੀ ਦੀ ਬੁਲਾਰਾ ਜਾਂ ਸਧਾਰਨ ਵਰਕਰ ਨਾ ਹੋਣ ਕਰਕੇ ਰਾਜਸੀ ਜੰਗ ਕਰਨ ਦੇ ਵਿੱਚ ਮਾਹਰ ਹੈ ਤੇ ਦੇਸ਼ ਦੀ ਹਿੰਦੀ ਪੱਟੀ ਦੇ 3 ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਇਸੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਉਪਰੋਕਤ ਬਿਆਨ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਸਿਆਸੀ ਵਿਸ਼ਲੇਸ਼ਕ ਜਿਹੜੇ ਨੇ ਮਮਤਾ ਬੈਨਰਜੀ ਦੇ ਇਸ ਵਿਵਾਦਤ ਬਿਆਨ ਤੋਂ ਕਈ ਅਰਥ ਕੱਢ ਰਹੇ ਨੇ ਅਤੇ ਦੇਸ਼ ਦੀ ਰਾਜਨੀਤੀ ਦਾ ਫੈਸਲਾ ਕਰ ਰਹੇ ਨੇ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਨਾਲ ਸੱਤਾ ਦੇ 9 ਸਾਲ ਪੂਰੇ ਕਰ ਚੁੱਕੀ ਭਾਜਪਾ ਅਤੇ ਪਾਰਟੀ ਲੀਡਰਸ਼ਿਪ ਵੀ ਇਸ ਨੂੰ ਸਿਆਸੀ ਸੰਕਟ ਵਜੋਂ ਲੈ ਰਹੀ ਹੈ। ਜਿਵੇਂ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਪਹਿਲਾਂ ਹੀ ਇਹ ਮੰਨ ਰਹੀ ਹੈ ਕਿ ਕੇਂਦਰ ਦੇ ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਲਈ ਉਸ ਨੂੰ ਜਿੱਤ ਦੀ ਹੈਟ੍ਰਿਕ ਬਣਾਉਣੀ ਪਊਗੀ। ਇਹ ਪਤਾ ਇਹ ਕੀ ਗੱਲ ਬਣ ਜਾਂਦੀ ਆ, ਇੱਕ ਤਾਂ ਹੁੰਦਾ ਜਿੱਤਿਆ ਹੋਇਆ, ਇੱਕ ਹੁੰਦਾ ਹਾਰਿਆ ਹੋਇਆ। ਹਾਰਾ ਹੋਇਆ ਜੇ ਦੁਬਾਰਾ ਫੇਰ ਆਪਣੀ ਦੌੜ ਵਿੱਚ ਲੱਗ ਜਾਵੇ ਤਾਂ ਉਹਨੂੰ ਪਤਾ ਹੁੰਦਾ ਆ, ਪਰ ਜਿਹੜਾ ਜਿੱਤਿਆ ਹੁੰਦਾ ਹੈ ਨਾ, ਕਹਿੰਦੇ ਜਿੱਤੇ ਹੋਏ ਬੰਦੇ ਨੂੰ ਜਾਂ ਕਿਸੇ ਅਹੁਦੇ ਉੱਤੇ ਬੈਠੇ ਜਾਂ ਕਿਸੇ ਰੁਤਬੇ ਉੱਤੇ ਬੈਠੇ ਬੰਦੇ ਨੂੰ ਨਾ ਸਭ ਤੋਂ ਜ਼ਿਆਦਾ ਫਿਕਰ ਪਤਾ ਕੀ ਹੁੰਦਾ, ਇਹ ਹੁੰਦਾ ਕਿ ਉਹਦਾ ਰੁਤਬਾ ਕਾਇਮ ਕਿਵੇਂ ਰਹੇ, ਉਹ ਰੁਤਬਾ ਕਿਵੇਂ ਬਣਿਆ ਰਵੇ। ਸਗੋਂ ਉਹਦੇ ਉੱਤੇ ਉਸ ਹਾਰੇ ਹੋਏ ਨਾਲ ਜਿਹੜਾ ਕਿ ਦੁਬਾਰਾ ਲੜ ਰਿਹਾ ਜਾਂ ਦੁਬਾਰਾ ਆਪਣੀ ਕੋਸ਼ਿਸ਼ਾਂ ਜਾਰੀ ਰੱਖ ਰਿਹਾ, ਸਗੋਂ ਜਿੱਤੇ ਹੋਏ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ। ਇਵੇਂ ਭਾਜਪਾ ਦਾ ਜੋ ਹਾਲ ਹੈ ਉਹ ਹੁਣ ਬਣਿਆ ਹੋਇਆ ਕਿ ਉਸ ਨੂੰ ਜਿੱਤ ਦੀ ਹੈਟ੍ਰਿਕ ਲਗਾਉਣੀ ਪਊਗੀ। ਇਸ ਲਈ ਭਾਵੇਂ ਉਹ ਜਿੰਨੇ ਮਰਜ਼ੀ ਜੀ ਤੋੜ ਕੋਸ਼ਿਸ਼ਾਂ ਕਰੇ, ਚਾਹੇ ਕਿਸੇ ਨੂੰ ਖਰੀਦੇ, ਚਾਹੇ ਕਿਸੇ ਨੂੰ ਨਾਲ ਰਲਾਵੇ, ਚਾਹੇ ਕਿਸੇ ਨਾਲ ਗੱਠਜੋੜ ਕਰੇ, ਚਾਹੇ ਫਿਰ ਕਿਸੇ ਦੀ ਸਰਕਾਰ ਦੇ ਜਿਹੜੇ ਮੰਤਰੀ ਆ ਉਹਨਾਂ ਨੂੰ ਖਰੀਦ ਕੇ ਆਪਸ ਵਿੱਚ ਲਿਆਵੇ, ਚਾਹੇ ਉਹ ਦੂਜੀਆਂ ਪਾਰਟੀਆਂ ਦੇ ਜਿਹੜੇ ਕੁਛ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰੇ। ਸੋ ਇਸ ਲਈ ਉਹ ਹਰ ਨੀਤੀ ਨਤੀਜੇ ਦੇ ਉੱਤੇ ਚੱਲ ਰਹੀ ਆ। ਅਜਿਹੇ 'ਚ ਭਾਜਪਾ ਲਗਾਤਾਰ ਤੀਜੀ ਵਾਰੀ ਜਿੱਤਣ ਦੇ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੀ, ਜੋ ਸਾਲਾਂ ਦੀ ਸਖਤ ਮਿਹਨਤ ਦੇ ਨਾਲ ਹਾਸਲ ਕੀਤੀ ਗਈ ਹੈ। ਜਾਂ ਫਿਰ ਇਹ ਦੂਜੇ ਸ਼ਬਦਾਂ ਦੇ ਵਿੱਚ ਇਉਂ ਕਹਿ ਲਈਏ ਕਿ ਕੇਂਦਰ ਵਿੱਚ ਤੀਜੀ ਵਾਰ ਸੱਤਾ ਦੇ ਉੱਤੇ ਕਾਬਜ਼ ਹੋਣਾ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ। ਭਾਵੇਂ ਪਾਰਟੀ ਲੀਡਰਸ਼ਿਪ ਨੂੰ ਆਪਣੇ ਦਮ 'ਤੇ ਅਤੇ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਨਾਲ ਮੋਦੀ ਦੇ ਅਜਿੱਤ ਰੱਥ ਦੇ ਉੱਤੇ ਸਵਾਰ ਭਾਜਪਾ ਲਈ ਜਿੱਤ ਦਾ ਕਿਲ੍ਹਾ ਫਤਿਹ ਕਰਨਾ ਔਖਾ ਨਹੀਂ ਜਾਪ ਰਿਹਾ, ਪਰ ਯੂਪੀਏ ਦਾ ਇੰਡੀਆ ਬਣਨ ਤੱਕ ਦਾ ਸਫ਼ਰ ਹੁਣ ਤੱਕ ਕਾਫੀ ਰੜਕ ਰਿਹਾ। ਭਾਜਪਾ ਲੀਡਰਸ਼ਿਪ ਆਪਣੀ ਵਿਰੋਧੀ ਖੇਮੇ ਇੰਡੀਆ ਦੇ ਇਸ ਸਿਆਸੀ ਖੇਮੇ ਦਾ ਹੋਰ ਵਿਸਥਾਰ ਨਹੀਂ ਕਰਨਾ ਚਾਹੁੰਦੀਗੀ, ਕਿਉਂਕਿ ਸਿਰਫ ਕੁਝ ਫੀਸਦੀ ਵੋਟਾਂ ਦਾ ਫਰਕ ਉਸ ਦੀਆਂ ਸੀਟਾਂ ਦਾ 300 ਦਾ ਅੰਕੜਾ ਪਾਰ ਕਰਨ ਲਈ ਸਖਤ ਚੁਣੌਤੀ ਬਣ ਸਕਦਾ ਆ। ਅੰਕੜਾ ਪਾਰ ਕਰਨ ਲਈ ਸਖਤ ਚੁਣੌਤੀ ਜਿਹੜੀ ਆ ਉਹ ਵਾਕਿਆ ਹੀ ਭਾਜਪਾ ਹਾਈ ਕਮਾਂਡ ਦੇ ਲਈ ਇੱਕ ਤਕੜਾ ਝੰਜਟ ਆ। ਭਾਜਪਾ ਹਾਈ ਕਮਾਂਡ ਇਸ ਸੱਚਾਈ ਤੋਂ ਪੂਰੀ ਤਰ੍ਹਾਂ ਜਾਣੂ ਆ। ਇਹੀ ਕਾਰਨ ਹੈ ਕਿ ਉਹ ਇੰਡੀਆ ਗੱਠ ਜੋੜ ਨੂੰ ਵੱਧਦਾ ਫੁੱਲਦਾ ਨਹੀਂ ਦੇਖਣਾ ਚਾਹੁੰਦੀਗੀ। ਦੂਜੇ ਪਾਸੇ ਭਾਜਪਾ ਹਾਈ ਕਮਾਂਡ ਪਹਿਲਾਂ ਹੀ ਇਸ ਸਾਲ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਹੋਣ ਵਾਲੀਆਂ ਚੋਣਾਂ ਦੇ ਸੰਭਾਵਿਤ ਨਤੀਜਿਆਂ ਦੇ ਉੱਤੇ ਬਾਜ਼ ਅੱਖ ਰੱਖ ਰਹੀ ਹੈ। ਇਹੀ ਕਾਰਨ ਹੈ ਕਿ ਪਾਰਟੀ ਲੀਡਰਸ਼ਿਪ ਵੱਲੋਂ ਇਹਨਾਂ ਚੋਣਾਂ ਵਿੱਚ ਕਈ ਵਿਧਾਇਕਾਂ ਦੇ ਪੱਤੇ ਕੱਟ ਕੇ ਨਵੇਂ ਉਮੀਦਵਾਰਾਂ ਉੱਤੇ ਦਾਅਵੇਦਾਰੀ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੱਤਾ ਵਿਰੋਧੀ ਭਾਵਨਾ ਨੂੰ ਕਾਫੀ ਹੱਦ ਤੱਕ ਟਾਲਿਆ ਜਾ ਸਕੇ।
ਅਤੇ ਨਤੀਜੇ ਜਿਹੜੇ ਨੇ ਉਹਨਾਂ ਦੇ ਮੁਤਾਬਕ ਹੀ ਆ ਸਕਣ। ਦੂਜੇ ਪਾਸੇ ਦੂਜੀ ਧਿਰ ਦੀ ਲੀਡਰਸ਼ਿਪ ਵੀ ਸ਼ਾਇਦ ਜਿਹੜੀ ਆ ਉਹ ਇਹ ਮੰਨ ਰਹੀ ਹੈ ਕਿ ਜੇਕਰ ਇਹਨਾਂ ਤਿੰਨਾਂ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਉਹਨਾਂ ਦੀਆਂ ਉਮੀਦਾਂ ਮੁਤਾਬਕ ਨਾ ਆਏ ਜਾਂ ਫਿਰ ਜਿੱਤ ਵਿਰੋਧੀ ਧਿਰ ਦੇ ਕਚਹਿਰੀ ਵਿੱਚ ਜਾਂਦੀ ਹੈ ਤਾਂ ਇਹ ਦੇਸ਼ ਪੱਧਰੀ ਪ੍ਰਭਾਵ ਹੈ, ਭਾਵ ਇਹਨਾਂ ਰਾਜਾਂ ਵਿੱਚ ਜਿੱਤ ਜਾਂ ਹਾਰ ਦਾ ਅਸਰ ਜਿਹੜਾ ਆ ਉਹ ਅਗਲੇ ਸਾਲ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ ਪੈ ਸਕਦਾ ਆ, ਕਿਉਂਕਿ ਆਮ ਚੋਣਾਂ ਹੋਣ ਦੇ ਵਿੱਚ ਅਜੇ 1.5 ਸਾਲ ਦਾ ਸਮਾਂ ਬਾਕੀ ਹੈ। ਇਸ ਲਈ ਪਾਰਟੀ ਲੀਡਰਸ਼ਿਪ ਸ਼ਾਇਦ ਅਗਲੇ ਸਾਲ ਦੀ ਬਜਾਏ ਇਸ ਸਾਲ ਆਮ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ ਦੇ ਵਿੱਚ ਹੈ, ਜਿਸ ਦਾ ਅੰਦਾਜ਼ਾ ਲਗਾ ਕੇ ਸ਼ਾਇਦ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਸਾਲ ਹੀ ਆਮ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਨੂੰ ਪ੍ਰਗਟ ਕਰਦਾ ਉਪਰੋਕਤ ਬਿਆਨ ਦੇ ਕੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇੱਥੇ ਮੈਂ ਇੱਕ ਖਬਰ ਦੇ ਹਵਾਲੇ ਨਾਲ ਗੱਲ ਕਰਨੀ ਚਾਹੂੰਗਾ ਕਿ ਭਾਜਪਾ ਫਿਕਰਮੰਦ ਹੈ ਔਰ ਲਗਾਤਾਰ ਫਿਕਰਮੰਦ ਹੈ, ਕਿਉਂਕਿ ਹਾਲ ਹੀ ਵਿੱਚ ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਕਿ ਕਰਨਾਟਕ ਦੇ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਲਈ ਬਹੁਤੇ ਚੰਗੇ ਸਾਬਤ ਨਹੀਂ ਸੀ ਹੋਏ, ਪਰ ਇਹਨਾਂ ਚੋਣਾਂ ਤੋਂ ਬਾਅਦ 2024 ਲਈ ਕਈ ਸੂਬਿਆਂ ਦੀਆਂ ਭਾਜਪਾ ਇਕਾਈਆਂ ਦੇ ਹੌਸਲੇ ਡਿੱਗਣ ਲੱਗੇ ਨੇ। ਖਾਸ ਕਰਕੇ ਕਰਨਾਟਕ ਚੋਣਾਂ ਦੇ ਵਿੱਚ ਜੋ 5 ਗਰੰਟੀਆਂ ਦਿੱਤੀਆਂ ਗਈਆਂ ਨੇ, ਉਸ ਤੋਂ ਬਾਅਦ ਪੰਜਾਬ ਵਰਗੇ ਸੂਬੇ ਵਿੱਚ ਭਾਜਪਾ ਕੋਲੇ ਇਸ ਵੇਲੇ ਮੁਕਾਬਲਾ ਕਰਨ ਲਈ ਕੋਈ ਹਥਿਆਰ ਨਹੀਂ ਹੈ। ਇੱਕ ਨਾ ਗੱਠਜੋੜ ਹੈ, ਨਾ ਕੋਈ ਕਿਸੇ ਵੋਟ ਬੈਂਕ ਦਾ ਉਹਨਾਂ ਨੂੰ ਆਸਰਾ ਹੈ, ਨਾ ਪੇਂਡੂ ਵੋਟ, ਨਾ ਸ਼ਹਿਰੀ ਵੋਟ, ਨਾ ਦਲਿਤ ਵੋਟ, ਕੋਈ ਆਸਰਾ ਬਹੁਤਾ ਨਹੀਂ ਹੈਗਾ। ਤਾਂ ਜੇਕਰ ਪੰਜਾਬ ਕਾਂਗਰਸ ਇਸ ਤਰ੍ਹਾਂ ਦੀਆਂ ਆਕਰਸ਼ਕ ਗਰੰਟੀਆਂ ਹੁਣ ਲੈ ਕੇ ਆਉਂਦੀ ਹੈ ਨਾ ਪੰਜਾਬ ਦੇ ਵਿੱਚ, ਤਾਂ ਸੂਬੇ 'ਚ ਭਾਜਪਾ ਅਤੇ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਭੁਗਤਣਾ ਪਊਗਾ। ਇੱਥੇ ਆਮ ਆਦਮੀ ਪਾਰਟੀ ਸੂਬੇ 'ਚ ਸੱਤਾ 'ਚ ਹੈ ਅਤੇ ਪਾਰਟੀ ਪਹਿਲਾਂ ਤੋਂ ਹੀ ਮੁਫਤ ਬਿਜਲੀ, ਲੋਕਾਂ ਨੂੰ ਰੁਜ਼ਗਾਰ ਵਰਗੇ ਮੁੱਦਿਆਂ 'ਤੇ ਸੂਬੇ ਦੇ ਲੋਕਾਂ ਨੂੰ ਤੋਹਫੇ ਦੇ ਚੁੱਕੀ ਹੈ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦਾ ਵਾਅਦਾ ਵੀ ਮਾਨ ਸਰਕਾਰ ਜਲਦੀ ਪੂਰਾ ਕਰਨ ਲਈ ਤਿਆਰੀਆਂ 'ਚ ਲੱਗੀ ਹੋਈ ਹੈ, ਪਰ ਭਾਜਪਾ ਕੋਲੇ ਪੰਜਾਬ 'ਚ ਲੋਕਾਂ ਵਿਚਕਾਰ ਜਾ ਕੇ ਦੱਸਣ ਲਈ ਕੁਝ ਵੀ ਨਹੀਂ ਹੈ। ਜਲੰਧਰ ਦੇ ਲੋਕ ਸਭਾ ਉਪ ਚੋਣਾਂ 'ਚ ਵੀ ਇਲਾਕੇ ਨੂੰ ਲੈ ਕੇ ਕੋਈ ਖਾਸ ਰੋਡ ਮੈਪ ਭਾਜਪਾ ਕੋਲੇ ਨਹੀਂ ਸੀ। ਸਪਸ਼ਟ ਇਦਾਂ ਹੀ ਹੋਇਆ ਤੇ ਪਾਰਟੀ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਦੀਆਂ ਖਾਮੀਆਂ ਦੇ ਉੱਤੇ ਹੀ ਲੰਮੇ ਚੌੜੇ ਭਾਸ਼ਣ ਜਿਹੜੇ ਆ ਉਹ ਦਿੰਦੇ ਰਹੇ ਆ, ਪਰ ਖੁਦ ਕੀ ਕਰਨਾ ਆ ਇਸ ਦੀ ਯੋਜਨਾ ਨਹੀਂ ਬਣਾਈ। ਅੱਛਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਅਸੀਂ ਸਾਰੇ ਲੋਕਾਂ ਦੀ ਵੈਸੇ ਫਿਤਰਤ ਆ, ਉਹੀ ਗੱਲ ਪਾਰਟੀਆਂ 'ਚ ਵੀ ਆਉਂਦੀ ਆ। ਪਾਰਟੀਆਂ 'ਚ ਵੀ ਬੰਦੇ ਹੀ ਬੈਠੇ ਆ ਕਿ ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਗਏ, ਬਲਕਿ ਦੂਸਰੇ ਦੀਆਂ ਜਿਹੜੀਆਂ ਖਾਮੀਆਂ ਉਹ ਅਸੀਂ ਗਿਣਾਉਣ ਲੱਗ ਜਾਂਦੇ ਹਾਂ। ਪਰ ਕਦੇ ਕਿਸੇ ਨੇ ਇਹ ਕੀਤਾ ਕਿ ਦੂਸਰੇ ਦੀਆਂ ਕਦੇ ਖੂਬੀਆਂ ਵੀ ਦੱਸੀਆਂ ਜਾਣ? ਖਾਮੀਆਂ ਤਾਂ ਹਰੇਕ ਚੀਜ਼ ਹੁੰਦੀਆਂ, ਪਰ ਖੂਬੀਆਂ ਵੀ ਦੱਸੋ। ਹੁਣ ਭਗਵੰਤ ਮਾਨ ਸਰਕਾਰ ਨੂੰ ਵਿਰੋਧੀ ਧਿਰਾਂ ਘੇਰੀ ਬੈਠੀਆਂ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਉਹ ਵਾਰ-ਵਾਰ ਮੰਚ ਤੋਂ ਇੱਕ ਗੱਲ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਨੇ ਕਿ ਭਾਈ 70 ਸਾਲਾਂ ਦਾ ਜਿਹੜਾ ਇਹ ਕੂੜਾ ਕਚਰਾ ਖਿਲ ਰਿਹਾ, ਜਿਹੜਾ ਭ੍ਰਿਸ਼ਟਾਚਾਰ ਔਰ ਜਿਹੜੀ ਦਾਦਾਗਿਰੀ ਔਰ ਜੋ ਗੰਦ ਪਿਆ ਹੋਇਆ, ਇਹ ਇੱਕੋ ਦਿਨ 'ਚ ਨਿਬੜਨ ਵਾਲਾ ਨਹੀਂ। ਉਹਦੀ ਸਰਕਾਰ ਬਣੀ ਨੂੰ ਹਜੇ ਥੋੜ੍ਹਾ ਚਿਰ ਹੋਇਆ ਤੇ ਇੰਨੇ ਚਿਰ 'ਚ ਮੈਂ ਹਜੇ ਕੁਝ ਨਹੀਂ ਸਵਾਰ ਸਕਦਾ, ਵਕਤ ਲੱਗੂਗਾ ਹਰੇਕ ਚੀਜ਼ 'ਤੇ। ਫਿਰ ਵੀ ਵਿਰੋਧੀ ਧਿਰਾਂ ਮੰਚ ਦੇ ਉੱਤੇ ਲੰਮੇ ਚੌੜੇ ਭਾਸ਼ਣ ਦੇ ਕੇ ਸਰਕਾਰ ਦੀਆਂ ਖਾਮੀਆਂ ਗਿਣਾਉਣ ਦੇ ਉੱਤੇ ਲੱਗੀਆਂ ਹੋਈਆਂ। ਇਹੀ ਹੋ ਰਿਹਾ। ਪਰ ਇੱਥੇ ਜੋ ਕੁਝ ਹੁਣ ਭਾਜਪਾ ਨੂੰ ਕਰਨਾ ਚਾਹੀਦਾ ਸੀ ਪੰਜਾਬ ਵਿੱਚ, ਉਹ ਭਾਜਪਾ ਕਰ ਨਹੀਂ ਰਹੀ। ਕਰਨਾਟਕ ਚੋਣਾਂ 'ਚ ਕਾਂਗਰਸ ਨੇ 5 ਗਰੰਟੀਆਂ ਦਿੱਤੀਆਂ ਸਨ, ਜਿਸ ਵਿੱਚ 200 ਯੂਨਿਟ ਬਿਜਲੀ, ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ, BPL ਪਰਿਵਾਰਾਂ ਨੂੰ 10 ਕਿਲੋ ਮੁਫਤ ਚੌਲ, ਬੇਰੁਜ਼ਗਾਰ ਗ੍ਰੈਜੂਏਟ ਨੂੰ 2 ਸਾਲਾਂ ਤੱਕ 3000 ਰੁਪਏ ਪ੍ਰਤੀ ਮਹੀਨਾ ਅਤੇ ਡਿਪਲੋਮਾ ਹੋਲਡਰਾਂ ਨੂੰ 2 ਸਾਲ ਲਈ 1500 ਰੁਪਏ ਪ੍ਰਤੀ ਮਹੀਨਾ ਤੇ ਔਰਤਾਂ ਲਈ ਮੁਫਤ ਬੱਸ ਸੇਵਾ ਦੀਆਂ ਸਹੂਲਤਾਂ ਦੇਣਾ ਵੀ ਸ਼ਾਮਲ ਹੈ। ਕਾਂਗਰਸ ਦੇ ਇਸ ਗੁਗਲੀ ਦੇ ਅੱਗੇ ਭਾਜਪਾ ਦੀ ਕਰਨਾਟਕ 'ਚ ਇੱਕ ਵੀ ਨਹੀਂ ਚੱਲੀ। ਇਹੀ ਗਰੰਟੀਆਂ ਲੈ ਕੇ ਕਾਂਗਰਸ ਹੁਣ ਹੋਰ ਸੂਬਿਆਂ ਦੇ ਵਿੱਚ ਚੋਣਾਂ 'ਚ ਉਤਰ ਰਹੀ ਹੈ। ਪਰ ਇਹ ਵੀ ਚਰਚਾ ਆ ਕਿ 2024 ਦੀਆਂ ਚੋਣਾਂ 'ਚ ਵੀ ਇਸ ਤਰ੍ਹਾਂ ਦੀਆਂ ਗਰੰਟੀਆਂ ਲੈ ਕੇ ਕਾਂਗਰਸ ਮੈਦਾਨ ਦੇ ਵਿੱਚ ਉਤਰ ਸਕਦੀ ਹੈ। ਸੋ ਫਿਲਹਾਲ ਸੂਬੇ ਦੇ ਵਿੱਚ ਜਿਹੜੇ ਆ ਆਪ ਦੇ ਵੱਧਦੇ ਗ੍ਰਾਫ ਤੋਂ ਭਾਜਪਾ ਚਿੰਤਤ ਹੈ। ਦੂਜੇ ਪਾਸੇ ਕੇਂਦਰ ਦੀ ਸੱਤਾਧਾਰੀ ਭਾਜਪਾ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਜਿੱਤ ਦੀਆਂ ਮਾਮੂਲੀ ਸੰਭਾਵਨਾਵਾਂ ਦੇਣ ਲਈ ਵੱਖ-ਵੱਖ ਸਰਵੇਖਣ ਵਿੱਚ ਜਿਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਆ, ਉਹ ਕਿਤੇ ਨਾ ਕਿਤੇ ਭਾਜਪਾ ਅਤੇ ਪਾਰਟੀ ਲੀਡਰਸ਼ਿਪ ਨੂੰ ਚਿੰਤਾ ਵਿੱਚ ਪਾ ਰਹੀ ਹੈ। ਹਾਲਾਂਕਿ ਕੱਲ੍ਹ ਜਿਹੜਾ ਸੀਗਾ ਇੱਕ ਸਰਵੇ
ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਦੇਸ਼ ਦੇ ਬਹੁਤੇ ਲੋਕ ਜੀ 60% ਲੋਕ ਜਿਹੜੇ ਆ ਉਹ ਭਾਜਪਾ ਤੇ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਆ। ਯਾਨੀ ਹੁਣ ਸਰਵੇ ਆਉਂਦੇ ਆ, ਸਰਕਾਰਾਂ ਇਦਾਂ ਦੇ ਦਾਅਵੇ ਕਰਾਉਂਦੀਆਂ ਨੇ, ਕਰਦੀਆਂ ਨੇ ਤਾਂ ਕਿ ਉਹਨਾਂ ਦਾ ਮਿਆਰ ਬਣਿਆ ਰਹੇ। ਔਰ ਤੁਹਾਨੂੰ ਮੈਂ ਜ਼ਿਕਰ ਸ਼ਾਇਦ ਪਹਿਲਾਂ ਵੀ ਅਸੀਂ ਖਬਰਾਂ 'ਚ ਕਰ ਚੁੱਕੇ ਹਾਂ ਕਿ ਸਰਕਾਰਾਂ ਬਹੁਤ ਵਾਰੀ ਮੀਡੀਆ ਦਾ ਸਹਾਰਾ ਲੈਂਦੇ ਆ। ਤਾਂ ਖੈਰ ਭਾਜਪਾ ਨੇ ਤਾਂ ਗੋਦੀ ਮੀਡੀਆ ਖਰੀਦਿਆ ਹੋਇਆ, ਤੇ ਗੋਦੀ ਮੀਡੀਆ ਤਾਂ ਫਿਰ ਬਹੁਤ ਹੀ ਹੱਕ ਉਹਨਾਂ ਦੀ ਵੀ ਗੱਲ ਕਰੂਗਾ ਔਰ ਇਹੋ ਜਿਹੀਆਂ ਗੱਲਾਂ ਨੂੰ ਤਾਂ ਰੱਜ ਕੇ ਸਾਰੀ ਦਿਹਾੜੀ ਉਹ ਜਿਹੜਾ ਆ ਲਾਈਵ ਕਰਕੇ ਵੀ ਪੇਸ਼ ਕਰਕੇ ਵਿਖਾਊਗਾ। ਸੋ ਹਵਾ ਕਹਿੰਦੇ ਹੁੰਦੇ ਨਾ ਜਿਹੜੀ ਬਣਾਉਣੀ ਆ, ਉਹ ਹਵਾ ਉਹਨਾਂ ਦੇ ਹੱਕ ਦੇ ਵਿੱਚ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਹੁਣ ਇਹ ਤਾਂ ਵਿਰੋਧੀ ਧਿਰਾਂ ਜਾਂਦੀਆਂ ਨੇ ਤੇ ਲੋਕ ਅਸਲੀਅਤ ਵਿੱਚ ਜਾਣਦੇ ਨੇ ਕਿ ਭਾਜਪਾ ਹਕੂਮਤ ਨੇ ਦੇਸ਼ ਦਾ ਕੀ ਉਸਾਰਿਆ, ਕੀ ਵਿਗਾੜਿਆ, ਕਿਹਨੂੰ ਢਾਹ ਲਾਈ, ਕਿਹਨੂੰ ਤੋੜਿਆ, ਕਿਹਨੂੰ ਬਣਾਇਆ। ਇਹ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪ੍ਰਤੱਖ ਆ ਇਹਨਾਂ ਸਾਲਾਂ ਵਿੱਚ, ਜਿਹੜੇ 10 ਸਾਲ ਦਾ ਇਹਨਾਂ ਦਾ ਰਾਜ ਰਿਹਾ ਆ। ਤਾਂ ਸੋ ਹੁਣ ਅੱਜ ਜੋ ਸਥਿਤੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਉਹ ਇਹ ਹੈ ਕਿ ਭਾਜਪਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਜੀ ਉਹਦੇ ਵਿੱਚ ਕਾਫੀ ਚਿੰਤਾ ਜਿਹੜੀ ਆ ਉਹ ਵਧੀ ਹੋਈ ਆ ਔਰ ਇਸ ਦੇ ਨਾਲ ਹੀ ਸੂਬੇ 'ਚ ਸੱਤਾਧਾਰੀ ਆਪ ਦਾ ਗ੍ਰਾਫ ਵੱਧ ਰਿਹਾ ਤੇ ਲੋਕਪ੍ਰਿਯਤਾ ਦਾ ਗ੍ਰਾਫ ਜਿਹੜਾ ਹੈ ਉੱਪਰ ਵੱਲ ਵੱਧ ਰਿਹਾ। ਸੂਬੇ 'ਚ ਚੰਗਾ ਜਨ ਆਧਾਰ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਸੂਬਾਈ ਲੀਡਰਸ਼ਿਪ ਦੇ ਨਾਲ ਪਾਰਟੀ ਲੀਡਰਸ਼ਿਪ ਵੀ ਕਾਫੀ ਚੁੱਭ ਰਿਹਾ ਆ। ਹਿਮਾਚਲ ਪ੍ਰਦੇਸ਼ ਨੂੰ ਪਿਛਲੀਆਂ ਆਮ ਚੋਣਾਂ ਤੋਂ ਬਾਅਦ ਗਵਾ ਚੁੱਕੀ ਭਾਜਪਾ ਨਹੀਂ ਚਾਹੁੰਦੀ ਕਿ ਇਸ ਸਰਹੱਦੀ ਸੂਬੇ 'ਚ ਆਮ ਚੋਣਾਂ ਤੋਂ ਬਾਅਦ ਉਹ ਆਪਣੀ ਹੋਂਦ ਪੂਰੀ ਤਰ੍ਹਾਂ ਗਵਾਉਣ ਦੀ ਸਥਿਤੀ ਦੇ ਵਿੱਚ ਹੋਵੇ। ਜਿਸ ਤਰ੍ਹਾਂ ਹਾਲ 'ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਪ ਦੀ ਚੁਣਾਵੀ ਸੁਨਾਮੀ ਦੌਰਾਨ ਜੋ ਕੁਝ ਹੋਇਆ ਆ ਉਹ ਸਾਰਿਆਂ ਦੇ ਸਾਹਮਣੇ ਆ ਤੇ ਇਸ ਕਰਕੇ ਭਾਜਪਾ ਹੁਣ ਆਪਣੀਆਂ ਪੂਰੀਆਂ ਤਿਆਰੀਆਂ ਕਰਨ 'ਚ ਲੱਗੀ ਹੋਈ ਆ। ਹਾਲਾਂਕਿ ਅੰਦਰੋਂ ਜਿਹੜੀ ਆ ਆਪ ਦੇ ਪੱਖੋਂ ਉਹ ਚਿੰਤਾ ਵਿੱਚ ਆ। ਬਿਲਕੁਲ ਇਸੇ ਤਰ੍ਹਾਂ ਤੇ ਭਾਜਪਾ ਅਤੇ ਪਾਰਟੀ ਲੀਡਰਸ਼ਿਪ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਘੱਟੋ ਘੱਟ ਇੱਕ ਅੱਧੀ ਸੀਟ ਜਿੱਤ ਕੇ ਸੂਬੇ 'ਚ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੁੰਦੀ ਆ, ਜਦੋਂ ਕਿ ਭਾਜਪਾ ਵਿਰੋਧੀ ਚੋਣ ਨਤੀਜਿਆਂ ਦੇ ਸਰਵੇਖਣ ਪਾਰਟੀ ਲੀਡਰਸ਼ਿਪ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਵਿੱਚ ਵਾਧਾ ਕਰ ਰਹੇ ਆ। ਹੁਣ ਇਹ ਲੋਕ ਸਭਾ ਚੋਣਾਂ ਦੱਸਣਗੀਆਂ ਕਿ ਆਖਰ ਭਾਜਪਾ ਨੂੰ ਕੋਈ ਜਿਤਾਉਂਦਾ ਆ। ਹਾਲਾਂਕਿ ਪਿਛਲੀ ਵਾਰੀ ਪਠਾਨਕੋਟ ਸੀਟ ਦੀ ਇੱਥੇ ਮੈਂ ਗੱਲ ਕਰ ਲਵਾਂ ਤਾਂ ਜੰਗੀ ਲਾਲ ਮਹਾਜਨ ਅਤੇ ਪਠਾਨਕੋਟ ਤੋਂ 2 ਵਾਰੀ ਸੂਬਾ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਸ਼ਰਮਾ ਜਿੱਤ ਚੁੱਕੇ ਸਨ। ਪਰ ਹੁਣ ਦੇਖਣਾ ਆ ਕਿ ਇਸ ਚੋਣਾਂ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਆ। ਆਖਰ ਹਜੇ ਤਾਂ ਭਾਜਪਾ ਨੇ ਆਪਣੇ ਉਮੀਦਵਾਰ ਵੀ ਐਲਾਨਣੇ ਆ ਤੇ ਹੁਣ ਦੇਖੋ ਕਿ ਭਾਜਪਾ ਕਿਤੇ ਦਾ ਖਿੜਦੀ ਆ ਤੇ ਫਿਰ ਉਸ ਉਮੀਦਵਾਰ ਨੂੰ ਪੰਜਾਬ ਦੇ ਲੋਕ ਮੂੰਹ ਲਾਉਂਦੇ ਨੇ, ਵੋਟ ਪਾਉਂਦੇ ਨੇ ਜਾਂ ਨਹੀਂ। ਸੋ ਅਸੀਂ 2 ਖਬਰਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ। ਗੱਡੀਆਂ ਉੱਚੀਆਂ ਰੱਖੀਆਂ ਭਾਈ, ਗੱਡੀਆਂ ਉੱਚੀਆਂ ਰੱਖ ਭਾਵੇਂ ਨੀਵੀਆਂ, ਪਰ ਟਾਇਰਾਂ ਦਾ ਖਿਆਲ ਸਭ ਤੋਂ ਵੱਧ ਰੱਖ। ਓਏ ਇਸ ਪੱਖੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਕਿਉਂ? ਕਿਉਂਕਿ ਇਹਦੀ ਜ਼ਿੰਮੇਵਾਰੀ ਆਪਾਂ ਦਿੱਤੀ ਹੋਈ ਏ ਮਾਲਵਾ ਟਾਇਰਸ ਵਾਲਿਆਂ ਨੂੰ। ਇੰਨਾ ਧਿਆਨ ਤੇ ਕੋਈ ਨਵਾਂ ਵਿਆਹਿਆ ਮੁੰਡਾ ਆਪਣੀ ਵੋਟੀ ਤਾਂ ਨਹੀਂ ਰੱਖਦਾ ਜਿੰਨਾ ਧਿਆਨ ਮਾਲਵਾ ਟਾਇਰਸ ਵਾਲੇ ਟਾਇਰਾਂ ਦਾ ਰੱਖਦੇ ਨੇ। ਅੱਛਾ। ਆਹੋ, ਕਰਵਾਉਣੀ ਹੋਵੇ ਟਰੱਕ ਐਂਡ ਟ੍ਰੇਲਰ ਅਲਾਈਨਮੈਂਟਸ ਜਿਵੇਂ ਕਿ ਬੁਸ਼ਿੰਗ, ਕਿੰਗ ਪਿੰਸ ਵਗੈਰਾ, ਵੀਲ ਬੈਲੈਂਸ, ਚੇਂਜ ਓਵਰਸ, ਰੋਟੇਸ਼ਨਸ ਐਂਡ ਫਲੈਟ ਰਿਪੇਅਰਸ ਦਾ ਕੰਮ, ਇਹ ਸਭ ਕੁਝ ਪੂਰੇ ਤਸੱਲੀ ਬਖਸ਼ ਕਰਦੇ ਨੇ। ਇਹ ਕਿਸ ਟਾਈਮ ਅਵੇਲੇਬਲ ਹੁੰਦੇ ਨੇ? ਓਏ 24 ਘੰਟੇ 24/7 ਸਰਵਿਸ ਅਵੇਲੇਬਲ ਹੁੰਦੀ ਹੈ ਇਹਨਾਂ ਦੀ। ਕੈਲਗਰੀ 'ਚ ਸਭ ਤੋਂ ਬੈਸਟ ਟਾਇਰਸ ਐਂਡ ਸਰਵਿਸ ਹੈ ਇਹਨਾਂ ਦੀ। ਉਹ ਹੁਣ ਐਡਰੈਸ ਵੀ ਦੱਸ ਦੇ। ਮਾਲਵਾ ਟਾਇਰਸ, ਯੂਨਿਟ J&K 8616 44 ਸਟਰੀਟ, ਸਾਊਥ ਈਸਟ ਕੈਲਗਰੀ, ਐਲਬਰਟਾ। ਫੋਨ ਨੰਬਰ ਨੋਟ ਕਰ 403 899 1985 403 899 1985। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਅੱਜ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ।
ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ हेयर सलून ਤੁਹਾਨੂੰ ਪ੍ਰੋਵਾਈਡ ਕਰਦਾ ਹੈ हेयर smoothing, keratin hair smoothing, keratin treatments, haircut, hair spas, color corrections, root retouch, highlights, balayage। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਨੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਹੋ ਕਿੱਦਾਂ? ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤੇ ਨਹੀਂ ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਵ ਟਾਇਰ ਸੇਵ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਭਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵਿਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਸੁਣ ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ।
ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਹੋ ਕਿੱਦਾਂ ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤੇ ਨਹੀਂ, ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ। ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ, ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਫ ਟਾਇਰ ਸੇਫ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਬਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ
ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। यूनिट 611 वर्वेन ड्राइव रोजर मैनिटोबा ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਉਹ ਸੁਣ, ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ। ਉਹ ਬੱਲੇ ਓਏ ਪੰਮਿਆ, ਅੱਜ ਬੜੇ ਚਿਰਾਂ ਬਾਅਦ ਦਿਖਿਆ। ਕਿੱਥੇ ਰਹਿਣਾ ਅੱਜ ਕੱਲ? ਓਏ ਬਸ ਯਾਰ, ਕੰਮ ਦੇ ਸਿਲਸਿਲੇ 'ਚ ਕਦੇ ਇੱਧਰ ਤੇ ਕਦੇ ਉੱਧਰ। ਐਸਾ ਕਿਹੜਾ ਕੰਮ ਭਾਈ? ਓਏ ਟਰੱਕ ਲੋਡਿੰਗ ਐਂਡ ਸ਼ਿਪਿੰਗ ਦਾ। ਯਾਰ ਇਹ ਟਰੱਕ ਲੋਡਿੰਗ ਐਂਡ ਸ਼ਿਪਿੰਗ ਵਾਲਾ ਕੰਮ ਤੈਨੂੰ ਔਖਾ ਨਹੀਂ ਲੱਗਦਾ? ਓਏ ਕਾਹਦਾ ਔਖਾ ਯਾਰ, ਆਪਾਂ ਕੰਮ ਕਰਦੇ ਆਂ 4 ਟਰੈਕਸ ਵਾਲਿਆਂ ਨਾਲ ਤੇ ਇਹ ਜਿੰਨਾ ਖਿਆਲ ਆਪਣੇ ਕਲਾਇੰਟਸ ਐਂਡ ਸਮਾਨ ਦਾ ਰੱਖਦੇ ਨੇ ਨਾ, ਉਨਾ ਹੀ ਖਿਆਲ ਸਾਡਾ ਵੀ ਰੱਖਦੇ ਨੇ। ਕਿਵੇਂ? ਇਹਨਾਂ ਦੇ ਸਪੈਸ਼ਲ ਡਰਾਈਵਰਸ ਲੌਂਜ ਨੇ ਜਿੱਥੇ ਅਸੀਂ ਬੜੇ ਆਰਾਮ ਨਾਲ ਰੋਟੀ ਪਾਣੀ ਛਕੀਦਾ ਏ, ਆਰਾਮ ਕਰੀਦਾ ਏ ਤੇ ਫੇਰ ਅੱਗੇ ਵਧੀਦਾ ਏ। ਵਾਹ, ਇਹ ਤਾਂ ਬੜੀ ਅੱਛੀ ਚੀਜ਼ ਹੈ। ਹੋਰ ਕੀ ਸਰਵਿਸਿਜ਼ ਨੇ ਫੂਡ ਟਰੱਕਸ ਵਾਲਿਆਂ ਦੀਆਂ? ਓਏ ਇਹ ਆਪਣੇ ਕਸਟਮਰਸ ਤੇ ਕੰਜ਼ਿਊਮਰਸ ਲਈ 24 ਘੰਟੇ ਕੰਮ ਕਰਦੇ ਨੇ। ਸਕੇਲ, ਕ੍ਰਾਸ ਡੌਕ ਸਰਵਿਸਿਜ਼ ਵਿਦ ਵਹੀਕਲ ਰਿਸਟ੍ਰੇਨ ਸਿਸਟਮ, ਫਿਊਲ ਸਟੇਸ਼ਨ, ਹਰ ਤਰ੍ਹਾਂ ਦੀ ਸਰਵਿਸ ਅਵੇਲੇਬਲ ਹੈ। ਕਸਟਮਰਸ 24/7 ਆਪਣੀ ਸ਼ਿਪਮੈਂਟ ਨੂੰ ਟਰੈਕ ਵੀ ਕਰ ਸਕਦੇ ਨੇ ਕਿ ਅਸੀਂ ਸਮਾਨ ਲੈ ਕੇ ਕਿੱਥੇ ਕੁ ਪਹੁੰਚੇ ਆ। ਵਾਹ, ਇੰਪ੍ਰੈਸਿਵ। ਬਿਲਕੁਲ, USA ਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਵੀ ਕਰੀਦੀ ਆ ਆਪਾਂ। ਮੈਂ ਤੇ ਸਭ ਨੂੰ ਬਸ ਇਹੀ ਕਹਿਣਾ ਕਿ ਆਪਣੇ ਕਾਰੋਬਾਰ ਨੂੰ ਹੋਰ ਉੱਪਰਲੇ ਲੈਵਲ ਤੇ ਲਿਜਾਣ ਲਈ ਅੱਜ ਹੀ 4 ਟਰੈਕਸ ਵਾਲਿਆਂ ਨਾਲ ਜੁੜੋ। ਚੱਲ ਐਡਰੈਸ ਵੀ ਦੱਸ, ਕੰਟੈਕਟ ਨੰਬਰ ਵੀ ਨੋਟ ਕਰਾ ਜਲਦੀ। ਲਿਖ ਇਹਨਾਂ ਦਾ ਕੰਟੈਕਟ ਨੰਬਰ 2046335444 ਤੇ ਇਹਨਾਂ ਦਾ ਐਡਰੈਸ ਵੀ ਨੋਟ ਕਰ। 4 ਟਰੈਕਸ 7184 Roser Road, Manitoba, postal code R3C2E6. Your transport solution providers.